हाँ जी मान साहब हो गया सर हो गया ਕਰਦੇ ਸਟਾਰਟ ਕਰਦੇ ਮੈਂ ਕਰਤੀ ਸਭ ਤੋਂ ਪਹਿਲਾਂ ਜਲੰਧਰ ਦੇ ਮੀਡੀਆ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਸ਼ਾਰਟ ਨੋਟਿਸ ਤੇ ਤੁਸੀਂ माड़ा जी ਭਾਜੀ ਤੁਹਾਡੀ ਬਾਂਹ ਸਮਾਂ ਚੇਂਜ ਕਰਨਾ ਪਿਆ ਪ੍ਰੈਸ ਮਿਲਣੀ ਦਾ। ਤੁਸੀਂ ਉਹਦੇ ਲਈ ਕੋਆਪਰੇਟ ਕੀਤਾ, ਉਹ ਧੰਨਵਾਦ ਹੈ। ਜਿੰਨਾ ਵੀ ਇਲੈਕਟ੍ਰੋਨਿਕ ਮੀਡੀਆ ਜਲੰਧਰ ਦਾ ਪ੍ਰਿੰਟ ਮੀਡੀਆ बड़ा सेट करो भाई ਮੰਚਾਂ ਤੋਂ ਤੁਸੀਂ ਕੰਮ ਕਰ ਰਹੇ ਹੋ, ਸਵਾਗਤ ਹੈ। ਆਮ ਆਦਮੀ ਪਾਰਟੀ ਵੱਲੋਂ ਅੱਜ ਜਲੰਧਰ ਦੇ ਵਿੱਚ ਆਪਣੇ ਸਾਰੇ ਦੁਆਬੇ ਦੇ ਜਿਹੜੇ ਕੈਂਡੀਡੇਟ ਜਿਹੜੇ ਐਮਸੀ ਦੀ ਇਲੈਕਸ਼ਨਾਂ 'ਚ ਲੜੇ, ਜਿੱਤੇ ਵੀ आजो करो करो ਤੇ ਨਹੀਂ ਵੀ ਜਿੱਤ ਸਕੇ, ਕੁਝ ਨੈਰੋ ਮਾਰਜਨ ਤੋਂ ਹਾਰ ਗਏ, ਉਹਨਾਂ ਨਾਲ ਮੀਟਿੰਗ ਸਾਰੇ ਡਿਸਟ੍ਰਿਕਟ ਇੰਚਾਰਜਾਂ ਨਾਲ ਤੇ ਆਡੀਟਰਾਂ ਨਾਲ ਮੀਟਿੰਗ ਰੱਖੀ ਗਈ ਔਰ ਸ਼ਾਬਾਸ਼ੀ ਦੇਣ ਵਾਸਤੇ ਅਸੀਂ ਆਏ ਹਾਂ ਕਿ ਧੱਕੇਸ਼ਾਹੀ ਦੀ ਐਸੀ ਹਨੇਰੀ ਦੇ ਵਿੱਚ ਵੀ ਉਹਨਾਂ ਨੇ ਹਿੰਮਤ ਕੀਤੀ ਮੈਦਾਨ ਦੇ ਵਿੱਚ ਲੜਨ ਦੀ। ਔਰ ਇਸ ਹਨੇਰੀ ਔਰ ਜਿਹੜੀ ਸੰਵਿਧਾਨ ਜਾਂ ਲੋਕਤੰਤਰ ਦੇ ਧੱਜੀਆਂ ਉਡਾਉਣ ਵਾਲੇ ਝੱਖੜ ਦੇ ਵਿੱਚ ਵੀ 67 ਦੀਵੇ ਜਿਹੜੇ ਇਹੋ ਜਿਹੇ ਜਿਹੜੇ ਜਿੱਤੇ ਨੇ, ਜਿਹੜੇ ਜਗੇ ਨੇ, ਉਹਨਾਂ ਦੀਵਿਆਂ ਤੋਂ ਜੋਤ ਲੈ ਕੇ ਹੋਰ ਦੀਵੇ ਜਗਾਵਾਂਗੇ। ਪਹਿਲੀ ਵਾਰ ਆਮ ਪਾਰਟੀ ਇਲੈਕਸ਼ਨ ਲੜੀ ਹੈ, ਪਿਛਲੀ ਵਾਰ ਤਾਂ ਅਸੀਂ ਇਲੈਕਸ਼ਨ ਲੜੀ, ਸੋ ਇਹਨੂੰ ਕੋਈ ਅਸੀਂ ਸੈਮੀ ਫਾਈਨਲ ਜਾਂ ਕੋਈ ਕੁਆਟਰ ਫਾਈਨਲ ਨਹੀਂ ਦੇਖ ਰਹੇ। ਵਿਧਾਨ ਸਭਾ ਦੇ ਵਿੱਚ ਮੁੱਦੇ ਹੋਰ ਹੁੰਦੇ ਨੇ, ਇੱਥੇ ਮਹੱਲਿਆਂ ਦੇ ਵਿੱਚ ਇੱਕ ਦੂਜੇ ਦੇ ਮੂੰਹ ਮੱਥੇ ਲੱਗਣਾ, ਬਹੁਤ ਸਾਰੇ ਇਹੋ ਜਿਹੇ ਵੀ ਸਾਡੇ ਹੀ ਪਾਰਟੀ ਦੇ ਬੰਦੇ ਨੇ ਜਿਹੜੇ ਉਹ ਆਜ਼ਾਦ ਵੀ ਜਿੱਤੇ ਨੇ, ਕਿਉਂਕਿ ਉੱਥੇ ਆਪਸ ਦੇ ਵਿੱਚ ਲੋਕਾਂ ਨੇ ਕਿਹਾ ਕਿ ਆਪਾਂ ਕਿਸੇ ਪਾਰਟੀ ਦੇ ਸਿੰਬਲ ਤੇ ਨਹੀਂ ਲੜਦੇ। ਬਹੁਤ ਸਾਰੇ ਆਜ਼ਾਦ ਵੀ ਜਿੱਤੇ ਹੋਏ ਨੇ। ਚਲੋ ਅਸੀਂ ਸਾਰਿਆਂ ਨੂੰ ਮੁਬਾਰਕਾਂ ਦਿੰਦੇ ਹਾਂ ਜਿਹੜੇ ਵੀ ਜਿੱਤੇ ਨੇ, ਤੇ ਸ਼ਹਿਰਾਂ ਦੇ, ਮੁਹੱਲਿਆਂ ਦੇ, ਕਸਬਿਆਂ ਦੇ ਵਿਕਾਸ ਵਾਸਤੇ ਉਹ ਕੰਮ ਕਰਨ। ਤੇ ਅੱਜ ਅਸੀਂ ਅੰਮ੍ਰਿਤਸਰ ਵੀ ਜਾਵਾਂਗੇ, ਕੱਲ ਨੂੰ ਮੋਗਾ ਤੇ ਲੁਧਿਆਣਾ, ਸਾਰੇ ਪੰਜਾਬ ਦੇ 1600 ਦੇ ਨੇੜੇ ਤੇੜੇ ਸਾਡੇ ਜਿਹੜੇ ਉਮੀਦਵਾਰ ਜਿਹੜੇ ਸਾਡੇ ਸਿੰਬਲ ਤੇ ਲੜੇ ਸੀ ਉਹਨਾਂ ਨੂੰ ਮਿਲਾਂਗੇ। ਸਾਡਾ ਸੰਗਠਨ ਸ਼ਹਿਰਾਂ ਦੇ ਵਿੱਚ ਹੋਰ ਮਜ਼ਬੂਤ ਹੋਇਆ ਤੇ ਅਸੀਂ ਇਹਨੂੰ ਪੋਜ਼ਿਟਿਵ ਦੇਖਦੇ ਹਾਂ, ਪੋਜ਼ਿਟਿਵ ਸਾਈਨ ਦੇਖਦੇ ਹਾਂ। ਮੇਰੇ ਨਾਲ ਜਰਨੈਲ ਸਿੰਘ ਜੀ ਨੇ, ਦੋ ਸਰਪੰਚ ਨੇ, ਇੰਚਾਰਜ ਨੇ ਪੰਜਾਬ ਦੇ, ਸਹਿ ਇੰਚਾਰਜ ਰਾਘਵ ਚੱਡਾ ਜੀ, ਹਰਪਾਲ ਸ਼ਰਮਾ ਜੀ, ਤੋਂ ਸਾਡੇ ਜਿਹੜੇ ਇੰਚਾਰਜ ਨੇ ਬਖਸ਼ੀ ਸਾਹਿਬ। ਸੋ ਇੱਕ ਮੈਂ ਜਿਹੜੀ ਅੱਜ ਖਾਸ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਉਹ ਕਿਸਾਨ ਸੰਘਰਸ਼ ਬਾਰੇ ਹੈ। ਪਿਛਲੇ 3 ਮਹੀਨਿਆਂ ਤੋਂ ਲਗਭਗ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਨੇ। ਸਰਕਾਰ ਜਿਹੜੀ ਹੈ ਉਹ ਹੰਕਾਰ ਦਾ ਰਵੱਈਆ ਨਹੀਂ ਛੱਡ ਰਹੀ। 250 ਦੇ ਨੇੜੇ ਤੇੜੇ ਮੌਤਾਂ ਵੀ ਹੋ ਚੁੱਕੀਆਂ ਨੇ, ਜਾਨਾਂ ਗਵਾ ਚੁੱਕੇ ਨੇ ਕਿਸਾਨ ਉੱਥੇ, ਤੇ ਉਹਨਾਂ ਨੂੰ ਵੀ ਉਹ ਮਜ਼ਾਕ ਦੇ ਵਿੱਚ ਹੀ ਲੈਂਦੇ ਆ। ਬੀਜੇਪੀ ਦੇ ਖਾਸ ਤੌਰ ਤੇ ਜਿਹੜੇ ਸਟੇਟਾਂ ਦੇ ਜਾਂ ਕੋਈ ਮੰਤਰੀ ਕਹਿੰਦੇ ਜੇ ਘਰੇ ਹੁੰਦੇ ਤਾਂ ਵੀ ਇਹ ਮਰ ਜਾਂਦੇ। ਸੋ ਇੱਥੋਂ ਇਹ ਉਹਨਾਂ ਦੀ ਜਿਹੜੀ ਪੱਥਰ ਦਿਲੀ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੂੰ ਕੋਈ ਦਰਦ ਨਹੀਂ ਹੈਗਾ ਇਸ ਸੰਘਰਸ਼ ਨਾਲ। ਹਾਲਾਂਕਿ ਕਿਸਾਨੀ ਸੰਘਰਸ਼ ਇਹ ਜਨ ਸੰਘਰਸ਼ ਬਣ ਚੁੱਕਿਆ, ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ। ਸੋ ਆਮ ਆਦਮੀ ਪਾਰਟੀ 28 ਫਰਵਰੀ ਨੂੰ ਮੇਰਠ ਦੇ ਵਿੱਚ, ਯੂਪੀ ਦੇ ਵਿੱਚ ਮਹਾ ਪੰਚਾਇਤ ਦੇ ਵਿੱਚ ਹਿੱਸਾ ਲੈ ਰਹੀ ਹੈ। ਅਰਵਿੰਦ ਕੇਜਰੀਵਾਲ ਜਾ ਰਹੇ ਨੇ ਤੇ ਇੱਥੇ ਵੀ ਅਸੀਂ ਸਮੇਂ-ਸਮੇਂ ਤੇ ਜਥੇਬੰਦੀਆਂ ਨੇ ਜੋ ਵੀ ਕਾਲ ਦਿੱਤੀ ਅਸੀਂ ਉਹਨਾਂ ਦਾ ਸਾਥ ਵੀ ਦਿੰਦੇ ਰਹੇ ਹਾਂ। ਆਪ ਵੀ ਖੁਦ ਸਾਡੇ ਵਲੰਟੀਅਰ ਜਿਹੜੇ ਨੇ ਉਹ ਬਾਰਡਰਾਂ ਤੇ ਅੱਜ ਵੀ ਬੈਠੇ ਨੇ, ਜਾ ਕੇ ਵੀ ਆਏ ਨੇ। ਸੋ ਇਸ ਸੰਘਰਸ਼ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਤੇ ਲੋਕ ਸਭਾ ਦੋਨਾਂ ਸਦਨਾਂ ਦੇ ਵਿੱਚ ਆਵਾਜ਼ ਉਠਾਈ ਗਈ। ਸੈਂਟਰਲ ਹਾਲ ਦੇ ਵਿੱਚ ਅਸੀਂ ਮੋਦੀ ਜੀ ਨੂੰ ਘੇਰ ਕੇ ਉਹਨਾਂ ਦੇ ਮੂਹਰੇ ਜਿਹੜੇ ਨਾਅਰੇ ਲਾਏ, ਕਰਕੇ ਦਿਖਾਈਆਂ ਕਿ ਅੰਨਦਾਤੇ ਨੂੰ ਤੁਸੀਂ ਮਰਨ ਤੇ ਕਿਉਂ ਲਾਵਾਰਸ ਛੱਡਿਆ ਹੋਇਆ। ਤਾਂ ਸੋ ਆਮ ਆਦਮੀ ਪਾਰਟੀ ਪਹਿਲੇ ਦਿਨ ਉਹਨਾਂ ਦੇ ਨਾਲ ਹੈ। ਹੁਣ ਆਮ ਆਦਮੀ ਪਾਰਟੀ ਨੇ ਹੋਰ ਫੈਸਲਾ ਕੀਤਾ ਹੈ ਕਿ ਕਿਸਾਨ ਸੰਘਰਸ਼ ਨੂੰ ਮਜ਼ਬੂਤੀ ਦੇਣ ਲਈ ਕਿਸਾਨ ਮਹਾ ਸੰਮੇਲਨ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ, ਦਿਨ ਐਤਵਾਰ 21 ਮਾਰਚ ਨੂੰ ਬਾਘਾ ਪੁਰਾਣਾ ਜ਼ਿਲ੍ਹੇ ਦੇ ਵਿੱਚ, ਉੱਥੇ ਅਸੀਂ ਬਹੁਤ ਵੱਡਾ ਇੱਕ ਕਿਸਾਨ ਮਹਾ ਸੰਮੇਲਨ ਕਰ ਰਹੇ ਹਾਂ, ਜਿੱਥੇ ਪੂਰੇ ਪੰਜਾਬ ਤੋਂ ਅਸੀਂ ਸੱਦਾ ਦੇਵਾਂਗੇ ਕਿਸਾਨਾਂ ਨੂੰ। ਮਕਸਦ ਸਾਡਾ ਉਹੀ ਹੈ ਕਿ ਮੋਦੀ ਤੱਕ ਗੱਲ ਪਹੁੰਚਾਉਣੀ ਹੈ ਕਿ ਇੰਨੇ ਬੇਰਹਿਮ ਨਾ ਬਣੋ, ਤੁਸੀਂ ਇੰਨੇ ਹੰਕਾਰੀ ਨਾ ਬਣੋ, ਤੁਸੀਂ ਇਹ ਤਿੰਨੇ ਕਾਨੂੰਨ ਵਾਪਸ ਲਓ ਤੇ MSP ਦੀ ਕਾਨੂੰਨੀ ਗਰੰਟੀ ਦਿਓ। ਤੇ ਬਾਘਾ ਪੁਰਾਣਾ ਕਿਉਂਕਿ ਸੈਂਟਰ 'ਚ ਪੈਂਦਾ, ਸਾਡੇ ਬਾਘੇ ਪੁਰਾਣੇ ਦੀ ਟੀਮ ਨੇ ਵੀ ਕਿਹਾ, ਮੋਗੇ ਦੀ ਟੀਮ ਨੇ, ਕਿ ਸਾਨੂੰ ਜਿਹੜਾ ਇਸ ਤਰ੍ਹਾਂ ਦਾ ਇਵੈਂਟ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਉੱਥੋਂ ਬਠਿੰਡਾ, ਫਰੀਦਕੋਟ, ਕੋਟਕਪੂਰਾ, ਫਿਰੋਜ਼ਪੁਰ, ਨਕੋਦਰ, ਜਗਰਾਉਂ, ਪੱਟੀ
ਅੰਮ੍ਰਿਤਸਰ ਸਾਰਾ ਪੰਜਾਬ ਤੋਂ ਅਸੀਂ ਇੱਥੇ ਜਿਹੜਾ ਉਹਦਾ ਗਲੋਬਲ ਜਿਹੜੀ ਮੋਬਿਲਾਈਜੇਸ਼ਨ ਉਹਨਾਂ ਦੀ ਕਰਾਂਗੇ ਤੇ ਬਹੁਤ ਵੱਡਾ ਸੰਮੇਲਨ ਹੋਊਗਾ। ਆਉਣ ਵਾਲੇ ਦਿਨਾਂ 'ਚ ਜਿਹੜੀ ਤੁਹਾਨੂੰ ਡਿਟੇਲ ਵੀ ਦੇਵਾਂਗੇ ਕਿ ਉਹਦੇ 'ਚ ਕੌਣ ਕੌਣ ਹੋਰ ਸ਼ਾਮਲ ਹੋਣਗੇ, ਕੀ ਉਹਦੇ ਵਿੱਚ ਉਹਦੀ ਰੂਪਰੇਖਾ ਹੋਊਗੀ। ਸੋ 21 ਤਰੀਕ ਨੂੰ 21 ਮਾਰਚ ਨੂੰ ਕਿਸਾਨ ਮਹਾ ਸੰਮੇਲਨ, ਕਿਉਂਕਿ ਦੇਖੋ ਕਾਂਗਰਸ ਤਾਂ ਕੱਲ ਕੈਪਟਨ ਸਾਹਿਬ ਦੇ ਬਿਆਨ ਤੋਂ ਪਤਾ ਲੱਗ ਗਿਆ ਕਿ ਕੈਪਟਨ ਸਾਹਿਬ ਤਾਂ ਬੀਜੇਪੀ ਦੀ ਬੋਲੀ ਬੋਲ ਰਹੇ ਹੈ ਕਿ 2 ਸਾਲ ਦੀ ਰੋਕ ਲਵਾ ਕੇ ਕਮੇਟੀ ਬਣਾ ਲਓ ਤੇ ਬਾਅਦ ਦੇ ਵਿੱਚ ਮੁੱਕਰ ਕੇ ਜਦੋਂ ਉਹਨਾਂ ਦਾ ਵਿਰੋਧ ਹੋਇਆ। ਅਸੀਂ ਤਾਂ ਪਹਿਲੇ ਦਿਨੋਂ ਕਹਿ ਰਹੇ ਹਾਂ ਕਿ ਕੈਪਟਨ ਸਾਹਿਬ ਕਾਂਗਰਸ ਦੇ ਨਹੀਂ ਬੀਜੇਪੀ ਦੇ ਮੁੱਖ ਮੰਤਰੀ ਨੇ, ਸੋ ਉਹਨਾਂ ਨੇ ਤਾਂ ਉਹ ਬੋਲੀ ਬੋਲਤੀ ਤੇ ਅਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਾਉਂਦੇ, ਯਕੀਨ ਹੀ ਨਹੀਂ ਕਰਦੇ ਕਿਉਂਕਿ ਪੁਆੜਾ ਤਾਂ ਉਹਨਾਂ ਨੇ ਪਵਾਇਆ, ਉਹ ਤਾਂ ਸਿਆਪੇ ਦੀ ਜੜ ਨੇ। ਉਹਨਾਂ ਨੇ ਤਾਂ ਕਾਨੂੰਨ ਲਿਆਂਦਾ। ਜੇ ਜਿੰਨਾ ਹਰਸਿਮਰਤ ਕੌਰ ਲੋਕ ਸਭਾ ਦੇ ਵਿੱਚ ਹੁਣ ਬੋਲੀ ਸੀ, ਜੇ ਕਿਤੇ ਉਸ ਦਿਨ ਕੈਬਨਿਟ ਦੀ ਮੀਟਿੰਗ 'ਚ ਬੋਲ ਪੈਂਦੇ ਤਾਂ ਸ਼ਾਇਦ ਆਹ ਦਿਨ ਨਾ ਦੇਖਣੇ ਪੈਂਦੇ ਲੋਕਾਂ ਨੂੰ। ਸੋ ਉਹਨਾਂ ਦੇ ਵੀ ਲੋਕ ਯਕੀਨ ਨਹੀਂ ਕਰਦੇ। ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਉਮੀਦ ਹੈ ਕਿ ਅਸੀਂ ਕਿਸਾਨ ਮਹਾ ਸੰਮੇਲਨ ਬਾਘਾ ਪੁਰਾਣਾ ਵਿਖੇ ਔਰ ਸੋ ਬਾਘੇ ਪੁਰਾਣੇ ਦੇ ਵਿੱਚ ਅਸੀਂ ਵੱਡੀ ਰੈਲੀ ਕਰਾਂਗੇ ਔਰ ਉਹਦੇ ਵਿੱਚ ਅਸੀਂ ਚਾਹਾਂਗੇ ਕਿ ਸਾਡੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਉੱਥੇ ਸ਼ਿਰਕਤ ਕਰਨ ਤੇ 28 ਫਰਵਰੀ ਨੂੰ ਉਹ ਮੇਰਠ ਜਾ ਰਹੇ ਨੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰੀ ਰੂਪਰੇਖਾ ਔਰ ਸਾਰਾ ਇਹਦਾ ਜਿਹੜਾ ਜੋ ਵੀ ਇਹਦੇ ਵਿੱਚ ਅਸੀਂ ਕਰਨਾ ਹੈ ਕਿਸਾਨ ਮਹਾ ਸੰਮੇਲਨ ਦੇ ਵਿੱਚ ਉਹ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ। ਮਾਨ ਸਾਹਿਬ, ਜਿਹੜਾ ਤੁਸੀਂ ਹੁਣ ਜਲੰਧਰ ਜ਼ੋਨ ਦੀ ਮੀਟਿੰਗ ਲਈ ਹੈ, ਇਹਦੀ ਰੂਪਰੇਖਾ ਕੀ ਸੀ, ਨਿਸ਼ਕਰਸ਼ ਕੀ ਨਿਕਲੇ? ਜਿਹੜੇ ਕੈਂਡੀਡੇਟ ਸਾਡੇ ਇਲੈਕਸ਼ਨ ਲੜੇ ਆ ਤਾਂ ਕਿ ਉਹ ਇਹ ਹਾਰ ਵੀ ਗਏ ਉਹ ਕਿਤੇ ਇਹ ਨਾ ਡੀਮੋਰਲਾਈਜ਼ ਨਾ ਹੋ ਜਾਣ ਕਿ ਪਤਾ ਨਹੀਂ ਸਾਨੂੰ ਇੱਕ ਵਾਰੀ ਇਲੈਕਸ਼ਨ ਲੜ ਕੇ ਸਾਨੂੰ ਕੋਈ ਮਿਲਿਆ ਨਹੀਂ। ਅਸੀਂ ਉਹਨਾਂ ਨੂੰ ਹੌਸਲਾ ਦੇਣਾ ਹੈ ਕਿ ਕੋਈ ਗੱਲ ਨਹੀਂ, ਹਾਰਾਂ ਜਿੱਤਾਂ ਚੱਲਦੀਆਂ ਰਹਿੰਦੀਆਂ ਨੇ, ਪਰ ਇੱਕ ਤੁਸੀਂ ਫਾਈਟ ਦਿੱਤੀ ਹੈ, ਲੜਾਈ ਦਿੱਤੀ ਹੈ, ਉਹਦੇ ਹੌਸਲੇ ਬਹੁਤ ਪੁਰਾਣੀ ਗੱਲ ਹੋ ਗਈ ਆਪ ਪੰਜਾਬ ਦੇ ਵਿੱਚ ਤੁਸੀਂ ਹਾਰ ਰਹੇ ਹੋ, ਉਹਦੀ ਵਜ੍ਹਾ ਕੀ? ਨਹੀਂ, ਪਹਿਲੀ ਵਾਰ ਐਮਸੀ ਦੀ ਇਲੈਕਸ਼ਨ ਲੜਿਆ ਭਾਈ, 67 ਸੀਟਾਂ ਆਈਆਂ ਨੇ। ਸੋ ਲਗਾਤਾਰ ਹਾਰ, ਜਦੋਂ ਪਹਿਲੀ ਵਾਰ ਅਸੀਂ ਵਿਧਾਨ ਸਭਾ ਲੜੇ ਸੀ ਉਦੋਂ 0 ਤੋਂ 20 ਤੇ ਪਹੁੰਚੇ ਸੀ, ਉਦੋਂ ਵੀ ਹਾਰ ਹੀ ਕਹਿੰਦੇ ਤੁਸੀਂ ਸਾਨੂੰ। ਜੇ 0 ਤੋਂ 67 ਤੇ ਪਹੁੰਚ ਗਏ ਤਾਂ ਵੀ ਹਾਰ ਹੀ ਕਹਿੰਦੇ ਹੋ। ਪਰ ਕੋਈ ਗੱਲ ਨਹੀਂ, 1958 ਦੇ ਵਿੱਚ ਜਨਸੰਘ ਬਣਿਆ ਸੀ, 26 ਸਾਲਾਂ ਬਾਅਦ 1984 ਚ 2 ਸੀਟਾਂ ਆਈਆਂ ਸੀ। ਸਾਡੀ ਪਾਰਟੀ ਕਦੇ ਲੜਦੇ ਆ ਲੜਾਂਗੇ। ਇਹ ਦੱਸੋ ਕਿ ਜਦੋਂ 5 ਜੂਨ ਨੂੰ ਕਾਲੇ ਕਾਨੂੰਨ ਪਾਸ ਕੀਤੇ ਗਏ ਆਰਡੀਨੈਂਸ ਲਾਗੂ, ਉਸ ਤੋਂ ਬਾਅਦ 3 ਮਹੀਨੇ ਕਿਸਾਨ ਇਕੱਲੇ ਲੜਦੇ ਰਹੇ, ਕਦੇ ਕੋਠੇ ਦੇ ਚੜ੍ਹ ਕੇ, ਕਦੇ ਟੱਲੀਆਂ ਵਜਾ ਕੇ, ਕਦੇ ਸੜਕਾਂ ਤੇ ਆ ਕੇ। ਉਦੋਂ ਤੱਕ ਕਿਸੇ ਵੀ ਪਾਰਟੀ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਪਾਈ, ਸਵਾਏ ਬਿਆਨਬਾਜ਼ੀ ਮਾੜਾ ਮੋਟੀ ਕਰ। ਫਿਰ ਜਦੋਂ ਉਹ ਸਤੰਬਰ 'ਚ ਸੜਕਾਂ ਤੇ ਆ ਉਤਰੇ, ਅਕਤੂਬਰ 'ਚ ਉਹਨਾਂ ਨੇ ਬਹੁਤ ਵੱਡਾ ਸ਼ੁਗਰ ਲਿਆ। ਫਿਰ ਵੱਖ-ਵੱਖ ਪਾਰਟੀਆਂ ਨੇ ਛਾਲਾਂ ਮਾਰਨੇ ਸ਼ੁਰੂ ਕਰ ਦਿੱਤੇ, ਪਰ ਉਦੋਂ ਤੱਕ ਮੇਰਾ ਬਹੁਤ ਲੰਘਿਆ ਸੀ ਤੇ ਤੁਸੀਂ ਸਾਰੀਆਂ ਪਾਰਟੀਆਂ ਨੂੰ ਪਿੱਛੇ ਰਹਿਣਾ ਪੈ ਗਿਆ। ਹੁਣ ਫਿਰ ਕੀ ਹੈ, ਇਸ ਵੇਲੇ ਤੇਲ ਕੀਮਤਾਂ ਇੱਕ ਕਹਿੰਦਾ ਨਾ ਅਸਮਾਨ ਛੋ ਗਿਆ, ਤਾਂ ਅਸਮਾਨ ਕੋਈ ਤਾਂ ਜਾਣ ਫਿਰਦੀ ਹੈ ਤੇ ਤੁਹਾਡੀਆਂ ਪਾਰਟੀਆਂ ਟੋਟਲ ਸਾਇਲੈਂਟ ਹੈ। ਸਾਇਲੈਂਟ ਇਸ ਪੱਖੋਂ ਨਹੀਂ ਕਿ ਤੁਸੀਂ ਬਿਆਨ ਨਹੀਂ ਦਿੰਦੇ, ਬਿਆਨ ਦਿੰਦੇ ਹੋ, ਪਰ ਤੁਹਾਡੀ ਸਰੂਪ ਰੇਖਾ ਕਿਤੇ ਵੀ ਹੈ ਨਹੀਂ ਉਹ ਸੰਘਰਸ਼ ਕਰੋ ਜਿਵੇਂ ਕਿਸਾਨ ਕਰਦੇ ਆ। ਕਿ ਤੁਸੀਂ ਇਹ ਵੀ ਉਹੀ ਗੱਲ ਭਾਲ ਦਿਓ ਵੀ ਲੋਕੀ ਲੜਨ ਤੇ ਫਿਰ ਪਿੱਛੇ ਜਾ ਕੇ ਕਰਾਂਗੇ। ਰਵੀਰ ਸਿੰਘ ਜੀ, ਤੁਹਾਡੇ ਤੋਂ ਉੱਤੇ ਸਵਾਲ। ਪਹਿਲੀ ਗੱਲ ਤਾਂ ਇਹ 5 ਜੂਨ ਨੂੰ ਜਦੋਂ ਕੈਬਨਿਟ 'ਚ ਪਾਸ ਹੋਇਆ, 7 ਜੂਨ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਇਹਨਾਂ ਬਿੱਲਾਂ ਦਾ ਵਿਰੋਧ ਕਰਤਾ ਸੀ। ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ, ਅਸੀਂ ਉਹਨਾਂ ਨੇ ਜੁਲਾਈ ਉਦੋਂ ਮੇਰੇ ਨਾਲ ਤੁਹਾਡੀ ਗੱਲ ਹੋਈ ਸਰ ਮੇਰੀ ਗੱਲ, ਜਦੋਂ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਸਾਡੀ, ਅਸੀਂ ਉਹਨਾਂ ਦੇ ਹਰ ਕਾਲ ਦਾ ਸਾਥ ਦਿੱਤਾ, ਚਾਹੇ ਉਹਨਾਂ ਨੇ ਟਰੈਕਟਰ ਮਾਰਚ ਕਰਨਾ ਹੋਵੇ, ਚਾਹੇ ਚੱਕਾ ਜਾਮ ਰੱਖਿਆ ਹੋਵੇ। ਹਾਲਾਂਕਿ ਸੁਖਬੀਰ ਬਾਦਲ ਨੇ ਉਹਨਾਂ ਦੇ ਬਰਾਬਰ ਚੱਕਾ ਜਾਮ ਰੱਖਿਆ ਸੀ। ਪੰਜਾਬ ਬਾਦਲ ਦੀ ਤਾਂ ਗੱਲ ਨਹੀਂ ਹੋ ਰਹੀ, ਗੱਲ ਤੁਹਾਡੀ ਹੋ ਰਹੀ ਹੈ ਜਾਂ ਨਹੀਂ ਤੁਸੀਂ ਇੱਧਰ ਹੋ ਹਾਂਜੀ ਮਾਨ ਸਾਹਿਬ, ਹੋ ਗਿਆ ਸਾਡਾ ਹੋ ਗਿਆ। ਕਰਦੇ ਸਟਾਰਟ ਤੋਂ ਕਰ ਮੈਂ ਕਰਤੀ। ਸਭ ਤੋਂ ਪਹਿਲਾਂ ਜਲੰਧਰ ਦੇ ਮੀਡੀਆ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਭਾਜੀ ਤੁਹਾਡੀ ਬਾਂਹ ਸਮਾਂ ਚੇਂਜ ਕਰਨਾ ਪਿਆ ਪ੍ਰੈਸ ਮਿਲਣੀ ਦਾ, ਤੁਸੀਂ ਉਹਦੇ ਲਈ ਕੋਆਪਰੇਟ ਕੀਤਾ, ਉਹ ਧੰਨਵਾਦ ਹੈ। ਜਿੰਨਾ ਵੀ ਇਲੈਕਟ੍ਰੋਨਿਕ ਮੀਡੀਆ ਦਾ, ਪ੍ਰਿੰਟ ਮੀਡੀਆ, ਬੜਾ ਸੈੱਟ ਕਰੋ ਭਾਜੀ। ਮੰਚਾਂ ਤੋਂ ਤੁਸੀਂ ਕਰ ਰਹੇ ਹੋ,
ਸਵਾਗਤ ਹੈ। ਆਮ ਆਦਮੀ ਪਾਰਟੀ ਵੱਲੋਂ ਅੱਜ ਜਲੰਧਰ ਦੇ ਵਿੱਚ ਆਪਣੇ ਸਾਰੇ ਦੁਆਬੇ ਦੇ ਜਿਹੜੇ ਕੈਂਡੀਡੇਟ ਜਿਹੜੇ ਐਮਸੀ ਦੀ ਇਲੈਕਸ਼ਨ 'ਚ ਲੜੇ, ਜਿੱਤੇ ਵੀ ਕਈ ਨਹੀਂ ਵੀ ਜਿੱਤ ਸਕੇ, ਕੁਝ ਨੈਰੋ ਮਾਰਜਨ ਤੋਂ ਹਾਰ ਗਏ, ਉਹਨਾਂ ਨਾਲ ਮੀਟਿੰਗ ਸਾਰੇ ਡਿਸਟ੍ਰਿਕਟ ਇੰਚਾਰਜਾਂ ਨਾਲ ਤੇ ਆਡੀਟਰਾਂ ਨਾਲ ਮੀਟਿੰਗ ਰੱਖੀ ਗਈ ਔਰ ਸ਼ਾਬਾਸ਼ੀ ਦੇਣ ਵਾਸਤੇ ਅਸੀਂ ਆਏ ਹਾਂ ਕਿ ਧੱਕੇਸ਼ਾਹੀ ਦੀ ਐਸੀ ਹਨੇਰੀ ਦੇ ਵਿੱਚ ਵੀ ਉਹਨਾਂ ਨੇ ਹਿੰਮਤ ਕੀਤੀ ਮੈਦਾਨ ਦੇ ਵਿੱਚ ਲੜਨ ਦੀ ਔਰ ਇਸ ਹਨੇਰੀ ਔਰ ਜਿਹੜੀ ਸੰਵਿਧਾਨ ਜਾਂ ਲੋਕਤੰਤਰ ਦੇ ਧੱਜੀਆਂ ਉਡਾਉਣ ਵਾਲੇ ਝੱਖੜ ਦੇ ਵਿੱਚ ਵੀ 67 ਦੀਵੇ ਜਿਹੜੇ ਇਹੋ ਜਿਹੇ ਜਿਹੜੇ ਜਿੱਤੇ ਨੇ, ਜਿਹੜੇ ਜਗੇ ਨੇ, ਉਹਨਾਂ ਦੀਵਿਆਂ ਤੋਂ ਜੋਤ ਲੈ ਕੇ ਹੋਰ ਦੀਵੇ ਜਗਾਵਾਂਗੇ। ਪਹਿਲੀ ਵਾਰ ਆਮ ਪਾਰਟੀ ਇਲੈਕਸ਼ਨ ਲੜੀ ਹੈ, ਪਿਛਲੀ ਵਾਰ ਤਾਂ ਅਸੀਂ ਇਲੈਕਸ਼ਨ ਲੜੀ ਸੀ, ਸੋ ਇਹਨੂੰ ਕੋਈ ਅਸੀਂ ਸੈਮੀ ਫਾਈਨਲ ਜਾਂ ਕੋਈ ਕੁਆਟਰ ਫਾਈਨਲ ਨਹੀਂ ਦੇਖ ਰਹੇ। ਵਿਧਾਨ ਸਭਾ ਦੇ ਵਿੱਚ ਮੁੱਦੇ ਹੋਰ ਹੁੰਦੇ ਨੇ, ਇੱਥੇ ਮਾਮਲਿਆਂ ਦੇ ਵਿੱਚ ਇੱਕ ਦੂਜੇ ਦੇ ਮੂੰਹ ਮੱਥੇ ਲੱਗਣਾ, ਬਹੁਤ ਸਾਰੇ ਇਹੋ ਜਿਹੇ ਵੀ ਸਾਡੇ ਹੀ ਪਾਰਟੀ ਦੇ ਬੰਦੇ ਨੇ ਜਿਹੜੇ ਉਹ ਆਜ਼ਾਦ ਵੀ ਜਿੱਤੇ ਨੇ, ਕਿਉਂਕਿ ਉੱਥੇ ਆਪਸ ਦੇ ਵਿੱਚ ਲੋਕਾਂ ਨੇ ਕਿਹਾ ਕਿ ਆਪਾਂ ਕਿਸੇ ਪਾਰਟੀ ਦੇ ਸਿੰਬਲ ਤੇ ਨਹੀਂ ਲੜਦੇ। ਬਹੁਤ ਸਾਰੇ ਆਜ਼ਾਦ ਵੀ ਜਿੱਤੇ ਹੋਏ ਨੇ। ਚਲੋ ਅਸੀਂ ਸਾਰਿਆਂ ਨੂੰ ਮੁਬਾਰਕਾਂ ਦਿੰਦੇ ਹਾਂ ਜਿਹੜੇ ਵੀ ਜਿੱਤੇ ਨੇ, ਤੇ ਸ਼ਹਿਰਾਂ ਦੇ, ਮੁਹੱਲਿਆਂ ਦੇ, ਕਸਬਿਆਂ ਦੇ ਵਿਕਾਸ ਵਾਸਤੇ ਉਹ ਕੰਮ ਕਰਨ। ਤੇ ਅੱਜ ਅਸੀਂ ਅੰਮ੍ਰਿਤਸਰ ਵੀ ਜਾਵਾਂਗੇ, ਕੱਲ ਨੂੰ ਮੋਗਾ ਤੇ ਲੁਧਿਆਣਾ, ਸਾਰੇ ਪੰਜਾਬ ਦੇ 1600 ਦੇ ਨੇੜੇ ਤੇੜੇ ਸਾਡੇ ਜਿਹੜੇ ਉਮੀਦਵਾਰ ਜਿਹੜੇ ਸਾਡੇ ਸਿੰਬਲ ਤੇ ਲੜੇ ਸੀ ਉਹਨਾਂ ਨੂੰ ਮਿਲਾਂਗੇ। ਸਾਡਾ ਸੰਗਠਨ ਸ਼ਹਿਰਾਂ ਦੇ ਵਿੱਚ ਹੋਰ ਮਜ਼ਬੂਤ ਹੋਇਆ ਤੇ ਅਸੀਂ ਇਹਨੂੰ ਪੋਜ਼ਿਟਿਵ ਦੇਖਦੇ ਹਾਂ, ਪੋਜ਼ਿਟਿਵ ਸਾਈਨ ਦੇਖਦੇ ਹਾਂ। ਮੇਰੇ ਨਾਲ ਜਰਨੈਲ ਸਿੰਘ ਜੀ ਨੇ, ਦੋ ਦੇ ਸਰਵਰ ਨੇ, ਇੰਚਾਰਜ ਨੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਡਾ ਜੀ, ਹਰਪਾਲ ਚੀਮਾ ਜੀ, ਤੋਂ ਸਾਡੇ ਜਿਹੜੇ ਇੰਚਾਰਜ ਨੇ ਬਖਸ਼ੀ ਸਾਹਿਬ। ਸੋ ਇੱਕ ਮੈਂ ਜਿਹੜੀ ਅੱਜ ਖਾਸ ਗੱਲਬਾਤ ਤੁਹਾਡੇ ਨਾਲ ਕਰਨੀ ਉਹ ਕਿਸਾਨ ਸੰਘਰਸ਼ ਬਾਰੇ ਹੈ। ਪਿਛਲੇ 3 ਮਹੀਨਿਆਂ ਤੋਂ ਲਗਭਗ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਨੇ। ਸਰਕਾਰ ਜਿਹੜੀ ਹੈ ਉਹ ਹੰਕਾਰ ਦਾ ਰਵੱਈਆ ਨਹੀਂ ਛੱਡ ਰਹੀ। 250 ਦੇ ਨੇੜੇ ਤੇੜੇ ਮੌਤਾਂ ਵੀ ਹੋ ਚੁੱਕੀਆਂ ਨੇ, ਜਾਨਾਂ ਗਵਾ ਚੁੱਕੇ ਨੇ ਕਿਸਾਨ ਉੱਥੇ, ਤੇ ਉਹਨਾਂ ਨੂੰ ਵੀ ਉਹ ਮਜ਼ਾਕ ਦੇ ਵਿੱਚ ਹੀ ਲੈਂਦੇ ਆ। ਬੀਜੇਪੀ ਦੇ ਖਾਸ ਤੌਰ ਤੇ ਜਿਹੜੇ ਸਟੇਟਾਂ ਦੇ ਜਾਂ ਕੋਈ ਮੰਤਰੀ ਕਹਿੰਦੇ ਜੇ ਘਰੇ ਹੁੰਦੇ ਤਾਂ ਵੀ ਇਹ ਮਰ ਜਾਂਦੇ। ਸੋ ਇੱਥੋਂ ਇਹ ਉਹਨਾਂ ਦੀ ਜਿਹੜੀ ਪੱਥਰ ਦਿਲੀ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੂੰ ਕੋਈ ਦਰਦ ਨਹੀਂ ਹੈਗਾ ਇਸ ਸੰਘਰਸ਼ ਨਾਲ। ਹਾਲਾਂਕਿ ਕਿਸਾਨੀ ਸੰਘਰਸ਼ ਇਹ ਜਨ ਸੰਘਰਸ਼ ਬਣ ਚੁੱਕਿਆ, ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ। ਸੋ ਆਮ ਆਦਮੀ ਪਾਰਟੀ 28 ਫਰਵਰੀ ਨੂੰ ਮੇਰਠ ਦੇ ਵਿੱਚ, ਯੂਪੀ ਦੇ ਵਿੱਚ ਮਹਾਪੰਚਾਇਤ ਦੇ ਵਿੱਚ ਹਿੱਸਾ ਲੈ ਰਹੀ ਹੈ। ਅਰਵਿੰਦ ਕੇਜਰੀਵਾਲ ਜਾ ਰਹੇ ਨੇ ਤੇ ਇੱਥੇ ਵੀ ਅਸੀਂ ਸਮੇਂ-ਸਮੇਂ ਤੇ ਜਥੇਬੰਦੀਆਂ ਨੇ ਜੋ ਵੀ ਕਾਲ ਦਿੱਤੀ ਅਸੀਂ ਉਹਨਾਂ ਦਾ ਸਾਥ ਵੀ ਦਿੰਦੇ ਰਹੇ ਹਾਂ। ਆਪ ਵੀ ਖੁਦ ਸਾਡੇ ਵਲੰਟੀਅਰ ਜਿਹੜੇ ਨੇ ਉਹ ਬਾਰਡਰਾਂ ਤੇ ਅੱਜ ਵੀ ਬੈਠੇ ਨੇ, ਜਾ ਕੇ ਵੀ ਆਏ ਨੇ। ਸੋ ਇਸ ਸੰਘਰਸ਼ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਤੇ ਲੋਕ ਸਭਾ ਦੋਨਾਂ ਸਦਨਾਂ ਦੇ ਵਿੱਚ ਆਵਾਜ਼ ਉਠਾਈ ਗਈ। ਸੈਂਟਰਲ ਹਾਲ ਦੇ ਵਿੱਚ ਅਸੀਂ ਮੋਦੀ ਜੀ ਨੂੰ ਘੇਰ ਕੇ ਉਹਨਾਂ ਦੇ ਮੂਹਰੇ ਜਿਹੜੇ ਨਾਅਰੇ ਲਾਏ, ਧਰਤੀਆਂ ਦਿਖਾਈਆਂ ਕਿ ਅੰਨਦਾਤੇ ਨੂੰ ਤੁਸੀਂ ਮਰਨ ਤੇ ਕਿਉਂ ਲਾਵਾਰਸ ਛੱਡਿਆ ਹੋਇਆ। ਤਾਂ ਸੋ ਆਮ ਆਦਮੀ ਪਾਰਟੀ ਪਹਿਲੇ ਦਿਨ ਉਹਨਾਂ ਦੇ ਨਾਲ ਹੈ। ਹੁਣ ਆਮ ਆਦਮੀ ਪਾਰਟੀ ਨੇ ਹੋਰ ਫੈਸਲਾ ਕੀਤਾ ਹੈ ਕਿ ਕਿਸਾਨ ਸੰਘਰਸ਼ ਨੂੰ ਮਜ਼ਬੂਤੀ ਦੇਣ ਲਈ ਕਿਸਾਨ ਮਹਾਸੰਮੇਲਨ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਦਿਨ ਐਤਵਾਰ 21 ਮਾਰਚ ਨੂੰ ਬਾਘਾ ਪੁਰਾਣਾ ਜ਼ਿਲ੍ਹੇ ਦੇ ਵਿੱਚ ਉੱਥੇ ਅਸੀਂ ਬਹੁਤ ਵੱਡਾ ਇੱਕ ਕਿਸਾਨ ਮਹਾਸੰਮੇਲਨ ਕਰ ਰਹੇ ਹਾਂ, ਜਿੱਥੇ ਪੂਰੇ ਪੰਜਾਬ ਤੋਂ ਅਸੀਂ ਸੱਦਾ ਦੇਵਾਂਗੇ ਕਿਸਾਨਾਂ ਨੂੰ। ਮਕਸਦ ਸਾਡਾ ਉਹੀ ਹੈ ਕਿ ਮੋਦੀ ਤੱਕ ਗੱਲ ਪਹੁੰਚਾਉਣੀ ਹੈ ਕਿ ਇੰਨੇ ਬੇਰਹਿਮ ਨਾ ਬਣੋ, ਤੁਸੀਂ ਇੰਨੇ ਹੰਕਾਰੀ ਨਾ ਬਣੋ, ਤੁਸੀਂ ਇਹ ਤਿੰਨੇ ਕਾਨੂੰਨ ਵਾਪਸ ਲਓ ਤੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਦਿਓ। ਤੇ ਬਾਘਾ ਪੁਰਾਣਾ ਕਿਉਂਕਿ ਸੈਂਟਰ 'ਚ ਪੈਂਦਾ, ਸਾਡੇ ਬਾਘੇ ਪੁਰਾਣਾ ਦੀ ਟੀਮ ਨੇ ਵੀ ਕਿਹਾ, ਮੋਗੇ ਦੀ ਟੀਮ ਨੇ, ਕਿ ਸਾਨੂੰ ਜਿਹੜਾ ਇਸ ਤਰ੍ਹਾਂ ਦਾ ਇਵੈਂਟ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਉੱਥੋਂ ਬਠਿੰਡਾ, ਫਰੀਦਕੋਟ, ਕੋਟਕਪੂਰਾ, ਫਿਰੋਜ਼ਪੁਰ, ਨਕੋਦਰ, ਜਗਰਾਓਂ, ਪੱਟੀ, ਅੰਮ੍ਰਿਤਸਰ, ਸਾਰਾ ਪੰਜਾਬ ਤੋਂ ਅਸੀਂ ਉੱਥੇ ਜਿਹੜਾ ਉਹਦਾ ਜਿਹੜੀ ਮੋਬਿਲਾਈਜੇਸ਼ਨ ਉਹਨਾਂ ਦੀ ਕਰਾਂਗੇ ਤੇ ਬਹੁਤ ਵੱਡਾ ਸੰਮੇਲਨ ਹੋਊਗਾ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਡਿਟੇਲ ਵੀ ਦੇਵਾਂਗੇ ਕਿ ਉਹਦੇ 'ਚ ਕੌਣ-ਕੌਣ ਹੋਰ ਸ਼ਾਮਲ ਹੋਣਗੇ, ਕੀ ਉਹਦੇ ਵਿੱਚ ਉਹਦੀ ਰੂਪਰੇਖਾ ਹੋਊਗੀ। ਸੋ 21 ਮਾਰਚ ਨੂੰ ਕਿਸਾਨ ਮਹਾਸੰਮੇਲਨ, ਕਿਉਂਕਿ ਦੇਖੋ ਕਾਂਗਰਸ ਤਾਂ ਕੱਲ ਕੈਪਟਨ ਸਾਹਿਬ ਦੇ ਬਿਆਨ ਤੋਂ ਪਤਾ ਲੱਗ ਗਿਆ ਕਿ ਕੈਪਟਨ ਸਾਹਿਬ ਤਾਂ ਬੀਜੇਪੀ ਦੀ ਬੋਲੀ ਬੋਲ ਰਹੇ ਹੈ ਕਿ 2 ਸਾਲ ਦੀ ਰੋਕ ਲਵਾ ਕੇ ਕਮੇਟੀ ਬਣਾ ਲਓ
ਤੇ ਬਾਅਦ ਦੇ ਵਿੱਚ ਮੁੱਕਰ ਕੇ ਜਦੋਂ ਉਹਨਾਂ ਦਾ ਵਿਰੋਧ ਹੋਇਆ। ਅਸੀਂ ਤਾਂ ਪਹਿਲੇ ਦਿਨੋਂ ਕਹਿ ਰਹੇ ਹਾਂ ਕਿ ਕੈਪਟਨ ਸਾਹਿਬ ਕਾਂਗਰਸ ਦੇ ਨਹੀਂ ਬੀਜੇਪੀ ਦੇ ਮੁੱਖ ਮੰਤਰੀ ਨੇ, ਸੋ ਉਹਨਾਂ ਨੇ ਤਾਂ ਉਹ ਬੋਲੀ ਬੋਲਤੀ ਤੇ ਅਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਾਉਂਦੇ, ਯਕੀਨ ਹੀ ਨਹੀਂ ਕਰਦੇ ਕਿਉਂਕਿ ਪੁਆੜਾ ਤਾਂ ਉਹਨਾਂ ਨੇ ਪਵਾਇਆ, ਉਹ ਤਾਂ ਸਿਆਪੇ ਦੀ ਜੜ ਨੇ। ਉਹਨਾਂ ਨੇ ਤਾਂ ਕਾਨੂੰਨ ਲਿਆਂਦਾ। ਜੇ ਜਿੰਨਾ ਹਰਸਿਮਰਤ ਕੌਰ ਲੋਕ ਸਭਾ ਦੇ ਵਿੱਚ ਹੁਣ ਬੋਲੀ ਸੀ, ਜੇ ਕਿਤੇ ਉਸ ਦਿਨ ਕੈਬਨਿਟ ਦੀ ਮੀਟਿੰਗ 'ਚ ਬੋਲ ਪੈਂਦੇ ਤਾਂ ਸ਼ਾਇਦ ਆਹ ਦਿਨ ਨਾ ਦੇਖਣੇ ਪੈਂਦੇ ਲੋਕਾਂ ਨੂੰ। ਸੋ ਉਹਨਾਂ ਤੇ ਵੀ ਲੋਕ ਯਕੀਨ ਨਹੀਂ ਕਰਦੇ। ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਉਮੀਦ ਹੈ ਕਿ ਅਸੀਂ ਕਿਸਾਨ ਮਹਾਂ ਸੰਮੇਲਨ ਬਾਘਾ ਪੁਰਾਣਾ ਵਿਖੇ ਔਰ ਸੋ ਬਾਘੇ ਪੁਰਾਣੇ ਦੇ ਵਿੱਚ ਅਸੀਂ ਵੱਡੀ ਰੈਲੀ ਕਰਾਂਗੇ ਔਰ ਉਹਦੇ ਵਿੱਚ ਅਸੀਂ ਚਾਹਾਂਗੇ ਕਿ ਸਾਡੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਉੱਥੇ ਸ਼ਿਰਕਤ ਕਰਨ ਤੇ 28 ਫਰਵਰੀ ਨੂੰ ਉਹ ਮੇਰਠ ਜਾ ਰਹੇ ਨੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰੀ ਰੂਪਰੇਖਾ ਸਾਰਾ ਇਹਦਾ ਜਿਹੜਾ ਜੋ ਵੀ ਇਹਦੇ ਵਿੱਚ ਅਸੀਂ ਕਰਨਾ ਹੈ ਕਿਸਾਨ ਮਹਾਂ ਸੰਮੇਲਨ ਦੇ ਵਿੱਚ ਉਹ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ। ਮਾਨ ਸਾਹਿਬ ਜਿਹੜਾ ਤੁਸੀਂ ਹੁਣ ਜਲੰਧਰ ਜ਼ੋਨ ਦੀ ਮੀਟਿੰਗ ਲਈ ਹੈ, ਇਹਦੀ ਰੂਪਰੇਖਾ ਕੀ ਸੀ, ਨਿਸ਼ਕਰਸ਼ ਕੀ ਨਿਕਲੇ? ਜਿਹੜੇ ਕੈਂਡੀਡੇਟ ਸਾਡੇ ਇਲੈਕਸ਼ਨ ਲੜੇ ਤਾਂ ਕਿ ਉਹ ਇਹ ਹਾਰ ਵੀ ਗਏ ਉਹ ਕਿਤੇ ਇਹ ਨਾ ਡੀਮੋਰਲਾਈਜ਼ ਨਾ ਹੋ ਜਾਣ ਕਿ ਪਤਾ ਨਹੀਂ ਸਾਨੂੰ ਇੱਕ ਵਾਰੀ ਇਲੈਕਸ਼ਨ ਲੜ ਕੇ ਸਾਨੂੰ ਕੋਈ ਮਿਲਿਆ ਨਹੀਂ। ਅਸੀਂ ਉਹਨਾਂ ਨੂੰ ਹੌਸਲਾ ਦੇਣਾ ਹੈ ਕਿ ਕੋਈ ਗੱਲ ਨਹੀਂ, ਹਾਰਾਂ ਜਿੱਤਾਂ ਚੱਲਦੀਆਂ ਰਹਿੰਦੀਆਂ ਨੇ, ਪਰ ਜੇ ਤੁਸੀਂ ਫਾਈਟ ਦਿੱਤੀ ਹੈ, ਲੜਾਈ ਦਿੱਤੀ ਹੈ, ਉਹਦੇ ਹੌਸਲੇ ਚਾਹੀਦੇ। ਬਹੁਤ ਪੁਰਾਣੀ ਗੱਲ ਹੋ ਗਈ ਆਪ ਪੰਜਾਬ ਦੇ ਵਿੱਚ ਤੁਸੀਂ ਹਾਰ ਰਹੇ ਹੋ, ਉਹਦੀ ਵਜ੍ਹਾ ਕੀ? ਨਹੀਂ, ਪਹਿਲੀ ਵਾਰ ਅਸੀਂ ਐਮਸੀ ਦੀ ਇਲੈਕਸ਼ਨ ਲੜੇ ਭਾਈ, 67 ਸੀਟਾਂ ਆਈਆਂ ਨੇ। ਸੋ ਲਗਾਤਾਰ ਹਾਰ, ਜਦੋਂ ਪਹਿਲੀ ਵਾਰ ਅਸੀਂ ਵਿਧਾਨ ਸਭਾ ਲੜੇ ਸੀ ਉਦੋਂ 0 ਤੋਂ 20 ਤੇ ਪਹੁੰਚੇ ਸੀ, ਉਦੋਂ ਵੀ ਹਾਰ ਹੀ ਕਹਿੰਦੇ ਤੁਸੀਂ ਸਾਨੂੰ। ਜੇ 0 ਤੋਂ 67 ਤੇ ਪਹੁੰਚ ਗਏ ਤਾਂ ਵੀ ਹਾਰ ਹੀ ਕਹਿੰਦੇ ਹੋ। ਪਰ ਕੋਈ ਗੱਲ ਨਹੀਂ, 1958 ਦੇ ਵਿੱਚ ਜਨਸੰਘ ਬਣਿਆ ਸੀ, 26 ਸਾਲਾਂ ਬਾਅਦ 1984 ਚ 2 ਸੀਟਾਂ ਆਈਆਂ ਸੀ। ਸਾਡੀ ਪਾਰਟੀ ਕਦੇ ਲੜਦੇ ਆ ਲੜਾਂਗੇ। ਹਾਂਜੀ, ਇਹ ਦੱਸੋ ਜੀ ਕਿ ਜਦੋਂ 5 ਜੂਨ ਨੂੰ ਕਾਲੇ ਕਾਨੂੰਨ ਪਾਸ ਕੀਤੇ ਗਏ ਆਰਡੀਨੈਂਸ ਲਾਸਟ ਈਅਰ, ਉਸ ਤੋਂ ਬਾਅਦ 3 ਮਹੀਨੇ ਕਿਸਾਨ ਇਕੱਲੇ ਲੜਦੇ ਰਹੇ, ਕਦੇ ਕੋਠੇ ਦੇ ਚੜ੍ਹ ਕੇ, ਕਦੇ ਟੱਲੀਆਂ ਵਜਾ ਕੇ, ਕਦੇ ਸੜਕਾਂ ਤੇ ਆ ਕੇ। ਉਦੋਂ ਤੱਕ ਕਿਸੇ ਵੀ ਪਾਰਟੀ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਪਾਈ, ਸਵਾਏ ਬਿਆਨਬਾਜ਼ੀ ਮਾੜਾ ਮੋਟੀ ਕਰੀ। ਫਿਰ ਜਦੋਂ ਉਹ ਸਤੰਬਰ 'ਚ ਸੜਕਾਂ ਤੇ ਆ ਉਤਰੇ, ਅਕਤੂਬਰ 'ਚ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਲਿਆ। ਫਿਰ ਵੱਖ-ਵੱਖ ਪਾਰਟੀਆਂ ਨੇ ਛਾਲਾਂ ਮਾਰਨੇ ਸ਼ੁਰੂ ਕਰ, ਪਰ ਉਦੋਂ ਤੱਕ ਮੇਰਾ ਬਹੁਤ ਲੰਘਿਆ ਸੀ ਤੇ ਤੁਸੀਂ ਸਾਰੀਆਂ ਪਾਰਟੀਆਂ ਨੂੰ ਪਿੱਛੇ ਰਹਿਣਾ ਪਏਗਾ। ਹੁਣ ਫਿਰ ਕੀ ਹੈ ਕਿ ਇਸ ਵੇਲੇ ਤੇਲ ਕੀਮਤਾਂ ਇੱਕ ਕਹਿੰਦਾ ਨਾ ਅਸਮਾਨ ਛੋ ਗਈਆਂ, ਉੱਦਾਂ ਦਾ ਅਸਮਾਨ ਕੋਈ ਤਾਂ ਜਾਣ ਨੂੰ ਫਿਰਦੀ ਹੈ ਤੇ ਤੁਹਾਡੀਆਂ ਪਾਰਟੀਆਂ ਟੋਟਲ ਸਾਇਲੈਂਟ ਹੈ। ਸਾਇਲੈਂਟ ਇਸ ਪੱਖੋਂ ਨਹੀਂ ਕਿ ਤੁਸੀਂ ਬਿਆਨ ਨਹੀਂ ਦਿੰਦੇ, ਬਿਆਨ ਦਿੰਦੇ ਹੋ, ਪਰ ਤੁਹਾਡੀ ਸਰੂਪ ਰੇਖਾ ਕਿਤੇ ਵੀ ਹੈ ਨਹੀਂ ਉਹ ਸੰਘਰਸ਼ ਕਰੋ ਜਿਵੇਂ ਕਿਸਾਨ ਕਰਦੇ ਆ। ਕਿ ਤੁਸੀਂ ਇਹ ਵੀ ਉਹੀ ਬੜਾ ਭਾਲ ਦਿਓ ਵੀ ਲੋਕੀ ਲੜਨ ਤੇ ਫਿਰ ਪਿੱਛੇ ਜਾ ਕੇ ਕਰਾਂਗੇ। ਰਵੀਰ ਸਿੰਘ ਤੁਹਾਡੇ ਤੋਂ ਉੱਤੇ ਸਵਾਲ। ਪਹਿਲੀ ਗੱਲ ਤੇ ਇਹ 5 ਜੂਨ ਨੂੰ ਜਦੋਂ ਕੈਬਨਿਟ 'ਚ ਪਾਸ ਹੋਇਆ, 7 ਜੂਨ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਇਹਨਾਂ ਬਿੱਲਾਂ ਦਾ ਵਿਰੋਧ ਕਰਤਾ ਸੀ। ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ, ਅਸੀਂ ਉਹਨਾਂ ਜੁਲਾਈ ਸੀ, ਜੁਲਾਈ ਉਦੋਂ ਮੇਰੇ ਨਾਲ ਤੁਹਾਡੀ ਗੱਲ ਹੋਈ ਉਸ ਦਿਨ। ਸਰ ਮੇਰੀ ਗੱਲ, ਜਦੋਂ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਸਾਡੀ, ਅਸੀਂ ਉਹਨਾਂ ਦੇ ਹਰ ਕਾਲ ਦਾ ਸਾਥ ਦਿੱਤਾ, ਚਾਹੇ ਉਹਨਾਂ ਨੇ ਟਰੈਕਟਰ ਮਾਰਚ ਕਰਨਾ ਹੋਵੇ, ਚਾਹੇ ਚੱਕਾ ਜਾਮ ਰੱਖਿਆ ਹੋਵੇ। ਹਾਲਾਂਕਿ ਸੁਖਬੀਰ ਬਾਦਲ ਨੇ ਉਹਨਾਂ ਦੇ ਬਰਾਬਰ ਚੱਕਾ ਜਾਮ ਰੱਖਿਆ ਸੀ। ਪੰਜਾਬ ਵਾਲ ਦੀ ਤਾਂ ਗੱਲ ਨਹੀਂ ਹੋ ਰਹੀ, ਗੱਲ ਤੁਹਾਡੀ ਹੋ ਰਹੀ ਹੈ ਜਾਂ ਨਹੀਂ ਤੁਸੀਂ ਇੱਧਰ ਹੀ ਹੋ ਹਾਂਜੀ ਮਾਨ ਸਾਹਿਬ ਹੋ ਗਿਆ ਸਾਡਾ ਜੀ ਕਰਦੇ ਸਟਾਰਟ ਮੈਂ ਕਰਤੀ। ਸਭ ਤੋਂ ਪਹਿਲਾਂ ਜਲੰਧਰ ਦੇ ਮੀਡੀਆ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਬਹੁਤ ਸ਼ਾਰਟ ਨੋਟਿਸ ਤੇ ਤੁਸੀਂ ਭਾਜੀ ਤੁਹਾਡੀ ਬਾਂਹ ਸਮਾਂ ਚੇਂਜ ਕਰਨਾ ਪਿਆ ਪ੍ਰੈਸ ਮਿਲਣੀ ਦਾ, ਤੁਸੀਂ ਜਿਹੜੀ ਕੋਆਪਰੇਟ ਕੀਤਾ ਉਹ ਧੰਨਵਾਦ ਹੈ। ਜਿੰਨਾ ਵੀ ਇਲੈਕਟ੍ਰੋਨਿਕ ਮੀਡੀਆ ਜਲੰਧਰ ਦਾ, ਪ੍ਰਿੰਟ ਮੀਡੀਆ, ਬੜਾ ਸੈੱਟ ਕਰੋ ਭਾਜੀ, ਮੰਚਾਂ ਤੋਂ ਤੁਸੀਂ ਕੰਮ ਕਰ ਰਹੇ ਹੋ, ਸਵਾਗਤ ਹੈ। ਆਮ ਆਦਮੀ ਪਾਰਟੀ ਵੱਲੋਂ ਅੱਜ ਜਲੰਧਰ ਦੇ ਵਿੱਚ ਆਪਣੇ ਸਾਰੇ ਦੁਆਬੇ ਦੇ ਜਿਹੜੇ ਕੈਂਡੀਡੇਟ ਜਿਹੜੇ ਐਮਸੀ ਦੀ ਇਲੈਕਸ਼ਨ 'ਚ ਲੜੇ, ਜਿੱਤੇ ਵੀ ਤੇ ਨਹੀਂ ਵੀ ਜਿੱਤ ਸਕੇ, ਕੁਝ ਨੈਰੋ ਮਾਰਜਨ ਤੋਂ ਹਾਰ ਗਏ, ਉਹਨਾਂ ਨਾਲ ਮੀਟਿੰਗ ਸਾਰੇ ਡਿਸਟ੍ਰਿਕਟ ਇੰਚਾਰਜਾਂ ਨਾਲ ਤੇ ਆਡੀਟਰਾਂ ਨਾਲ ਮੀਟਿੰਗ ਰੱਖੀ ਗਈ ਔਰ ਸ਼ਾਬਾਸ਼ੀ ਦੇਣ ਵਾਸਤੇ ਅਸੀਂ ਆਏ ਹਾਂ ਕਿ ਧੱਕੇਸ਼ਾਹੀ ਦੀ ਇਸੇ ਹਨੇਰੀ ਦੇ ਵਿੱਚ ਵੀ ਉਹਨਾਂ ਨੇ
ਹਿੰਮਤ ਕੀਤੀ ਮੈਦਾਨ ਦੇ ਵਿੱਚ ਲੜਨ ਦੀ ਔਰ ਇਸ ਹਨੇਰੀ ਔਰ ਜਿਹੜੀ ਸੰਵਿਧਾਨ ਜਾਂ ਲੋਕਤੰਤਰ ਦੇ ਧੱਜੀਆਂ ਆਉਣ ਵਾਲੇ ਝੱਖੜ ਦੇ ਵਿੱਚ ਵੀ 67 ਦੀਵੇ ਜਿਹੜੇ ਇਹੋ ਜਿਹੇ ਜਿਹੜੇ ਚਿੱਟੇ ਨੇ ਜਿਹੜੇ ਜਗੇ ਨੇ ਉਹਨਾਂ ਦੀਵਿਆਂ ਤੋਂ ਜੋਤ ਲੈ ਕੇ ਹੋਰ ਦੀਵੇ ਜਗਾਵਾਂਗੇ। ਪਹਿਲੀ ਵਾਰ ਆਮ ਪਾਰਟੀ ਇਲੈਕਸ਼ਨ ਲੜੀ ਹੈ, ਪਿਛਲੀ ਵਾਰ ਤਾਂ ਅਸੀਂ ਇਲੈਕਸ਼ਨ ਲੜੀ, ਸੋ ਇਹਨੂੰ ਕੋਈ ਅਸੀਂ ਸੈਮੀ ਫਾਈਨਲ ਜਾਂ ਕੋਈ ਕੁਆਟਰ ਫਾਈਨਲ ਨਹੀਂ ਦੇਖ ਰਹੇ। ਵਿਧਾਨ ਸਭਾ ਦੇ ਵਿੱਚ ਮੁੱਦੇ ਹੋਰ ਹੁੰਦੇ ਨੇ, ਇੱਥੇ ਮੁੱਦਿਆਂ ਦੇ ਵਿੱਚ ਇੱਕ ਦੂਜੇ ਦੇ ਮੂੰਹ ਮੱਥੇ ਲੱਗਣਾ, ਬਹੁਤ ਸਾਰੇ ਇਹੋ ਜਿਹੇ ਵੀ ਸਾਡੇ ਹੀ ਪਾਰਟੀ ਦੇ ਬੰਦੇ ਨੇ ਜਿਹੜੇ ਉਹ ਆਜ਼ਾਦ ਵੀ ਜਿੱਤੇ ਨੇ, ਕਿਉਂਕਿ ਉੱਥੇ ਆਪਸ ਦੇ ਵਿੱਚ ਲੋਕਾਂ ਨੇ ਕਿਹਾ ਕਿ ਆਪਾਂ ਕਿਸੇ ਪਾਰਟੀ ਦੇ ਸਿਮਰਨ ਤੇ ਨਹੀਂ ਲੜਦੇ। ਬਹੁਤ ਸਾਰੇ ਆਜ਼ਾਦ ਵੀ ਜਿੱਤੇ ਹੋਏ ਨੇ। ਚਲੋ ਅਸੀਂ ਸਾਰਿਆਂ ਨੂੰ ਮੁਬਾਰਕਾਂ ਦਿੰਦੇ ਹਾਂ ਜਿਹੜੇ ਵੀ ਜਿੱਤੇ ਨੇ, ਤੇ ਸ਼ਹਿਰਾਂ ਦੇ ਮੁਹੱਲਿਆਂ ਦੇ ਕਸਬਿਆਂ ਦੇ ਵਿਕਾਸ ਵਾਸਤੇ ਉਹ ਕੰਮ ਕਰਨ। ਤੇ ਅੱਜ ਅਸੀਂ ਅੰਮ੍ਰਿਤਸਰ ਵੀ ਜਾਵਾਂਗੇ, ਕੱਲ ਨੂੰ ਮੋਗਾ ਤੇ ਲੁਧਿਆਣਾ, ਸਾਰੇ ਪੰਜਾਬ ਦੇ 1600 ਦੇ ਨੇੜੇ ਸਾਡੇ ਜਿਹੜੇ ਉਮੀਦਵਾਰ ਜਿਹੜੇ ਸਾਡੇ ਸਿੰਬਲ ਤੇ ਲੜੇ ਸੀ ਉਹਨਾਂ ਨੂੰ ਮਿਲਾਂਗੇ। ਸਾਡਾ ਸੰਗਠਨ ਸ਼ਹਿਰਾਂ ਦੇ ਵਿੱਚ ਹੋਰ ਮਜ਼ਬੂਤ ਹੋਇਆ ਤੇ ਅਸੀਂ ਇਹਨੂੰ ਪੋਜ਼ਿਟਿਵ ਦੇਖਦੇ ਹਾਂ, ਪੋਜ਼ਿਟਿਵ ਸਾਈਨ ਦੇਖਦੇ ਹਾਂ। ਮੇਰੇ ਨਾਲ ਜਰਨੈਲ ਸਿੰਘ ਜੀ ਨੇ ਦੋ ਦੇ ਸਰਵਰ ਨੇ ਚਾਰਜ ਨੇ ਪੰਜਾਬ ਦੇ ਸਹਿਨ ਚਾਰਜ ਰਾਘਵ ਚੱਡਾ ਜੀ, ਹਰਪਾਲ ਸ਼ਰਮਾ ਜੀ, ਤੋਂ ਸਾਡੇ ਜਿਹੜੇ ਚਾਰਜ ਨੇ ਬਖਸ਼ੀ ਸਾਹਿਬ। ਸੋ ਇੱਕ ਮੈਂ ਜਿਹੜੀ ਅੱਜ ਖਾਸ ਗੱਲਬਾਤ ਤੁਹਾਡੇ ਨਾਲ ਕਰਨੀ ਉਹ ਕਿਸਾਨ ਸੰਘਰਸ਼ ਬਾਰੇ ਹੈ। ਪਿਛਲੇ 3 ਮਹੀਨਿਆਂ ਤੋਂ ਲਗਭਗ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਬੈਠੇ ਨੇ। ਸਰਕਾਰ ਜਿਹੜੀ ਹੈ ਉਹ ਹੰਕਾਰ ਦਾ ਰਵੱਈਆ ਨਹੀਂ ਛੱਡ ਰਹੀ। 250 ਦੇ ਨੇੜੇ ਤੇੜੇ ਮੌਤਾਂ ਵੀ ਹੋ ਚੁੱਕੀਆਂ ਨੇ, ਜਾਨਾਂ ਗਵਾ ਚੁੱਕੇ ਨੇ ਕਿਸਾਨ ਉੱਥੇ, ਤੇ ਉਹਨਾਂ ਨੂੰ ਵੀ ਉਹ ਮਜ਼ਾਕ ਦੇ ਵਿੱਚ ਹੀ ਲੈਂਦੇ ਆ। ਬੀਜੇਪੀ ਦੇ ਖਾਸ ਤੌਰ ਤੇ ਜਿਹੜੇ ਸਟੇਟਾਂ ਦੇ ਜਾਂ ਕੋਈ ਮੰਤਰੀ ਕਹਿੰਦੇ ਜੇ ਘਰੇ ਹੁੰਦੇ ਤਾਂ ਵੀ ਇਹ ਮਰ ਜਾਂਦੇ। ਸੋ ਇੱਥੋਂ ਇਹ ਉਹਨਾਂ ਦੀ ਜਿਹੜੀ ਪੱਥਰ ਦਿਲੀ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਕਿ ਉਹਨਾਂ ਨੂੰ ਕੋਈ ਦਰਦ ਨਹੀਂ ਹੈਗਾ ਇਸ ਸੰਘਰਸ਼ ਨਾਲ। ਹਾਲਾਂਕਿ ਕਿਸਾਨੀ ਸੰਘਰਸ਼ ਨਹੀਂ, ਇਹ ਜਨ ਸੰਘਰਸ਼ ਬਣ ਚੁੱਕਿਆ, ਪੂਰੇ ਦੇਸ਼ ਦੇ ਵਿੱਚ ਫੈਲ ਚੁੱਕਿਆ। ਸੋ ਆਮ ਆਦਮੀ ਪਾਰਟੀ 28 ਫਰਵਰੀ ਨੂੰ ਮੇਰਠ ਦੇ ਵਿੱਚ ਯੂਪੀ ਦੇ ਵਿੱਚ ਮਹਾ ਪੰਚਾਇਤ ਦੇ ਵਿੱਚ ਹਿੱਸਾ ਲੈ ਰਹੀ ਹੈ। ਅਰਵਿੰਦ ਕੇਜਰੀਵਾਲ ਜੀ ਜਾ ਰਹੇ ਨੇ ਤੇ ਇੱਥੇ ਵੀ ਅਸੀਂ ਸਮੇਂ-ਸਮੇਂ ਤੇ ਜਥੇਬੰਦੀਆਂ ਨੇ ਜੋ ਵੀ ਕਾਲ ਦਿੱਤੀ ਅਸੀਂ ਉਹਨਾਂ ਦਾ ਸਾਥ ਵੀ ਦਿੰਦੇ ਰਹੇ ਹਾਂ। ਆਪ ਵੀ ਖੁਦ ਸਾਡੇ ਵਲੰਟੀਅਰ ਜਿਹੜੇ ਨੇ ਉਹ ਬਾਰਡਰਾਂ ਤੇ ਅੱਜ ਵੀ ਬੈਠੇ ਨੇ, ਜਾ ਕੇ ਵੀ ਆਏ ਨੇ। ਸੋ ਇਸ ਸੰਘਰਸ਼ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਤੇ ਲੋਕ ਸਭਾ ਦੋਨਾਂ ਸਦਨਾਂ ਦੇ ਵਿੱਚ ਆਵਾਜ਼ ਉਠਾਈ ਗਈ। ਸੈਂਟਰਲ ਹਾਲ ਦੇ ਵਿੱਚ ਅਸੀਂ ਮੋਦੀ ਜੀ ਨੂੰ ਘੇਰ ਕੇ ਉਹਨਾਂ ਦੇ ਮੂਹਰੇ ਜਿਹੜੇ ਨਾਅਰੇ ਲਾਏ, ਤਖਤੀਆਂ ਦਿਖਾਈਆਂ ਕਿ ਅੰਨਦਾਤੇ ਨੂੰ ਤੁਸੀਂ ਮਰਨ ਤੇ ਕਿਉਂ ਲਾਵਾਰਸ ਛੱਡਿਆ ਹੋਇਆ। ਤਾਂ ਸੋ ਆਮ ਆਦਮੀ ਪਾਰਟੀ ਪਹਿਲੇ ਦਿਨ ਉਹਨਾਂ ਦੇ ਨਾਲ ਹੈ। ਹੁਣ ਆਮ ਆਦਮੀ ਪਾਰਟੀ ਨੇ ਹੋਰ ਫੈਸਲਾ ਕੀਤਾ ਹੈ ਕਿ ਕਿਸਾਨ ਸੰਘਰਸ਼ ਨੂੰ ਮਜ਼ਬੂਤੀ ਦੇਣ ਲਈ ਕਿਸਾਨ ਮਹਾ ਸੰਮੇਲਨ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਦਿਨ ਐਤਵਾਰ ਨੂੰ 21 ਮਾਰਚ ਨੂੰ ਬਾਘਾ ਪੁਰਾਣਾ ਮੋਗਾ ਜ਼ਿਲ੍ਹੇ ਦੇ ਵਿੱਚ ਉੱਥੇ ਅਸੀਂ ਬਹੁਤ ਵੱਡਾ ਇੱਕ ਕਿਸਾਨ ਮਹਾ ਸੰਮੇਲਨ ਕਰ ਰਹੇ ਹਾਂ, ਜਿੱਥੇ ਪੂਰੇ ਪੰਜਾਬ ਤੋਂ ਅਸੀਂ ਸੱਦਾ ਦੇਵਾਂਗੇ ਕਿਸਾਨਾਂ ਨੂੰ। ਮਕਸਦ ਸਾਡਾ ਉਹੀ ਹੈ ਕਿ ਮੋਦੀ ਤੱਕ ਗੱਲ ਪਹੁੰਚਾਉਣੀ ਹੈ ਕਿ ਇੰਨੇ ਬੇਰਹਿਮ ਨਾ ਬਣੋ, ਤੁਸੀਂ ਇੰਨੇ ਹੰਕਾਰੀ ਨਾ ਬਣੋ, ਤੁਸੀਂ ਇਹ ਤਿੰਨੇ ਕਾਨੂੰਨ ਵਾਪਸ ਲਓ ਤੇ MSP ਦੀ ਕਾਨੂੰਨੀ ਗਾਰੰਟੀ ਦਿਓ। ਤੇ ਬਾਘਾ ਪੁਰਾਣਾ ਕਿਉਂਕਿ ਸੈਂਟਰ 'ਚ ਪੈਂਦਾ, ਸਾਡੇ ਬਾਘੇ ਪੁਰਾਣੇ ਦੀ ਟੀਮ ਨੇ ਵੀ ਕਿਹਾ, ਮੋਗੇ ਦੀ ਟੀਮ ਨੇ, ਕਿ ਸਾਨੂੰ ਜਿਹੜਾ ਇਸ ਤਰ੍ਹਾਂ ਦਾ ਇਵੈਂਟ ਸਾਨੂੰ ਦਿੱਤਾ ਜਾਵੇ ਤਾਂ ਕਿ ਅਸੀਂ ਉੱਥੋਂ ਬਠਿੰਡਾ, ਫਰੀਦਕੋਟ, ਕੋਟਕਪੂਰਾ, ਫਿਰੋਜ਼ਪੁਰ, ਨਕੋਦਰ, ਜਗਰਾਉਂ, ਪੱਟੀ, ਅੰਮ੍ਰਿਤਸਰ, ਸਾਰਾ ਪੰਜਾਬ ਤੋਂ ਅਸੀਂ ਉੱਥੇ ਜਿਹੜਾ ਉਹਦਾ ਜਿਹੜੀ ਮੋਬਿਲਾਈਜੇਸ਼ਨ ਉਹਨਾਂ ਦੀ ਕਰਾਂਗੇ ਤੇ ਬਹੁਤ ਵੱਡਾ ਸੰਮੇਲਨ ਹੋਊਗਾ। ਆਉਣ ਵਾਲੇ ਦਿਨਾਂ 'ਚ ਜਿਹੜੀ ਤੁਹਾਨੂੰ ਡਿਟੇਲ ਵੀ ਦੇਵਾਂਗੇ ਕਿ ਉਹਦੇ 'ਚ ਕੌਣ-ਕੌਣ ਹੋਰ ਸ਼ਾਮਲ ਹੋਣਗੇ, ਕੀ ਉਹਦੇ ਵਿੱਚ ਉਹਦੀ ਰੂਪਰੇਖਾ ਹੋਊਗੀ। ਸੋ 21 ਤਰੀਕ ਨੂੰ 21 ਮਾਰਚ ਨੂੰ ਕਿਸਾਨ ਮਹਾ ਸੰਮੇਲਨ, ਕਿਉਂਕਿ ਦੇਖੋ ਕਾਂਗਰਸ ਤਾਂ ਕੱਲ ਕੈਪਟਨ ਸਾਹਿਬ ਦੇ ਬਿਆਨ ਤੋਂ ਪਤਾ ਲੱਗ ਗਿਆ ਕਿ ਕੈਪਟਨ ਸਾਹਿਬ ਤਾਂ ਬੀਜੇਪੀ ਦੀ ਬੋਲੀ ਬੋਲ ਰਹੇ ਹੈ ਕਿ 2 ਸਾਲ ਦੀ ਰੋਕ ਲਵਾ ਕੇ ਕਮੇਟੀ ਬਣਾ ਲਓ, ਤੇ ਬਾਅਦ ਦੇ ਵਿੱਚ ਮੁੱਕਰ ਕੇ ਜਦੋਂ ਉਹਨਾਂ ਦਾ ਵਿਰੋਧ ਹੋਇਆ। ਅਸੀਂ ਤਾਂ ਪਹਿਲੇ ਦਿਨੋਂ ਕਹਿ ਰਹੇ ਹਾਂ ਕਿ ਕੈਪਟਨ ਸਾਹਿਬ ਕਾਂਗਰਸ ਦੇ ਨਹੀਂ ਬੀਜੇਪੀ ਦੇ ਮੁੱਖ ਮੰਤਰੀ ਨੇ। ਸੋ ਉਹਨਾਂ ਨੇ ਤਾਂ ਉਹ ਬੋਲੀ ਬੋਲਤੀ ਤੇ ਅਕਾਲੀ ਦਲ ਨੂੰ ਲੋਕ ਮੂੰਹ ਨਹੀਂ ਲਾਉਂਦੇ, ਯਕੀਨ ਹੀ ਨਹੀਂ ਕਰਦੇ, ਕਿਉਂਕਿ ਪੁਆੜਾ ਤਾਂ ਉਹਨਾਂ ਨੇ ਪਵਾਇਆ, ਉਹ ਤਾਂ ਸਿਆਪੇ ਦੀ ਜੜ ਨੇ। ਉਹਨਾਂ ਨੇ ਤਾਂ ਕਾਨੂੰਨ ਲਿਆਂਦਾ। ਜੇ ਜਿੰਨਾ ਹਰਸਿਮਰਤ ਕੌਰ ਲੋਕ ਸਭਾ ਦੇ ਵਿੱਚ ਹੁਣ ਬੋਲੀ ਸੀ, ਜੇ ਕਿਤੇ ਉਸ ਦਿਨ ਕੈਬਨਿਟ ਦੀ ਮੀਟਿੰਗ 'ਚ ਬੋਲ ਪੈਂਦੇ ਤਾਂ ਸ਼ਾਇਦ ਆਹ ਦਿਨ ਨਾ ਦੇਖਣੇ ਪੈਂਦੇ ਲੋਕਾਂ ਨੂੰ। ਸੋ ਉਹਨਾਂ ਦੇ ਵੀ ਲੋਕ ਯਕੀਨ ਨਹੀਂ ਕਰਦੇ। ਆਮ ਆਦਮੀ ਪਾਰਟੀ ਤੋਂ ਲੋਕਾਂ ਨੂੰ ਉਮੀਦ ਹੈ ਕਿ ਅਸੀਂ ਕਿਸਾਨ ਮਹਾ ਸੰਮੇਲਨ ਬਾਘਾ ਪੁਰਾਣਾ ਵਿਖੇ
ਔਰ ਸੋ ਬਾਗੇ ਪੁਰਾਣੇ ਦੇ ਵਿੱਚ ਅਸੀਂ ਵੱਡੀ ਰੈਲੀ ਕਰਾਂਗੇ ਔਰ ਉਹਦੇ ਵਿੱਚ ਅਸੀਂ ਚਾਹਾਂਗੇ ਕਿ ਸਾਡੇ ਦਿੱਲੀ ਦੇ ਜਿਹੜੇ ਮੁੱਖ ਮੰਤਰੀ ਔਰ ਸਾਡੇ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਉੱਤੇ ਸ਼ਿਰਕਤ ਕਰਨ ਤੇ 28 ਫਰਵਰੀ ਨੂੰ ਉਹ ਮੇਰਠ ਜਾ ਰਹੇ ਨੇ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਸਾਰੀ ਰੂਪਰੇਖਾ ਔਰ ਸਾਰਾ ਇਹਦਾ ਜਿਹੜਾ ਜੋ ਵੀ ਇਹਦੇ ਵਿੱਚ ਅਸੀਂ ਕਰਨਾ ਹੈ ਕਿਸਾਨ ਮਹਾ ਸੰਮੇਲਨ ਦੇ ਵਿੱਚ ਉਹ ਅਸੀਂ ਤੁਹਾਨੂੰ ਤੁਹਾਡੇ ਸਾਹਮਣੇ ਮਾਨ ਸਾਹਿਬ ਜਿਹੜਾ ਤੁਸੀਂ ਹੁਣ ਜਲੰਧਰ ਜ਼ੋਨ ਦੀ ਮੀਟਿੰਗ ਲਈ ਹੈ ਇਹਦੀ ਰੂਪਰੇਖਾ ਕੀ ਸੀ ਨਿਸ਼ਕਰਸ਼ ਕੀ ਨਿਕਲੇ ਜਿਹੜੇ ਕੈਂਡੀਡੇਟ ਸਾਡੇ ਇਲੈਕਸ਼ਨ ਲੜੇ ਆ ਤਾਂ ਕਿ ਉਹ ਇਹ ਹਾਰ ਵੀ ਗਏ ਉਹ ਕਿਤੇ ਇਹ ਨਾ ਡੀਮੋਰਲਾਈਜ਼ ਨਾ ਹੋ ਜਾਣ ਕਿ ਪਤਾ ਨਹੀਂ ਸਾਨੂੰ ਇੱਕ ਵਾਰੀ ਇਲੈਕਸ਼ਨ ਲੜ ਕੇ ਸਾਨੂੰ ਕੋਈ ਮਿਲਿਆ ਨਹੀਂ ਅਸੀਂ ਉਹਨਾਂ ਨੂੰ ਹੌਸਲਾ ਦੇਣਾ ਹੈ ਕਿ ਕੋਈ ਗੱਲ ਨਹੀਂ ਹਾਰਾਂ ਜਿੱਤਾਂ ਚੱਲਦੀਆਂ ਰਹਿੰਦੀਆਂ ਨੇ ਪਰ ਇੱਕ ਤੁਸੀਂ ਫਾਈਟ ਦਿੱਤੀ ਹੈ ਲੜਾਈ ਦਿੱਤੀ ਹੈ ਉਹਦੇ ਹੌਸਲੇ ਸਹੀ ਬਹੁਤ ਪੁਰਾਣੀ ਗੱਲ ਹੋ ਗਈ ਆਪ ਪੰਜਾਬ ਦੇ ਵਿੱਚ ਲਗਾਤਾਰ ਤੁਸੀਂ ਹਾਰ ਰਹੇ ਹੋ ਉਹਦੀ ਵਜ੍ਹਾ ਕੀ ਨਹੀਂ ਪਹਿਲੀ ਵਾਰ ਅਸੀਂ ਐਮਸੀ ਦੀ ਇਲੈਕਸ਼ਨ ਲੜੇ ਬਈ 67 ਸੀਟਾਂ ਆਈਆਂ ਨੇ ਸੋ ਲਗਾਤਾਰ ਹਾਰ ਜਦੋਂ ਪਹਿਲੀ ਵਾਰ ਅਸੀਂ ਵਿਧਾਨ ਸਭਾ ਲੜੇ ਸੀ ਉਦੋਂ 0 ਤੋਂ 20 ਤੇ ਪਹੁੰਚੇ ਸੀ ਉਦੋਂ ਵੀ ਹਾਰ ਹੀ ਕਹਿੰਦੇ ਤੁਸੀਂ ਸਾਨੂੰ ਜੇ 0 ਤੋਂ 67 ਤੇ ਪਹੁੰਚ ਗਏ ਤਾਂ ਵੀ ਹਾਰ ਹੀ ਕਹਿੰਦੇ ਹੋ ਪਰ ਕੋਈ ਗੱਲ ਨਹੀਂ 1958 ਦੇ ਵਿੱਚ ਜਨਸੰਘ ਬਣਿਆ ਸੀ 26 ਸਾਲਾਂ ਬਾਅਦ 1984 ਚ 2 ਸੀਟਾਂ ਆਈਆਂ ਸੀ ਸਾਡੀ ਪਾਰਟੀ ਕਦੇ ਲੜਦੇ ਆ ਲੜਾਂਗੇ ਅੱਜ ਇਹ ਦੱਸੋ ਜੀ ਕਿ ਜਦੋਂ 5 ਜੂਨ ਨੂੰ ਕਾਲੇ ਕਾਨੂੰਨ ਪਾਸ ਕੀਤੇ ਗਏ ਆਰਡੀਨੈਂਸ ਲਾਸਟ ਉਸ ਤੋਂ ਬਾਅਦ 3 ਮਹੀਨੇ ਕਿਸਾਨ ਇਕੱਲੇ ਲੜਦੇ ਰਹੇ ਕਦੇ ਕੋਠਿਆਂ ਦੇ ਚੜ੍ਹ ਕੇ ਕਦੇ ਟੱਲੀਆਂ ਵਜਾ ਕੇ ਕਦੇ ਸੜਕਾਂ ਤੇ ਆ ਕੇ ਉਦੋਂ ਤੱਕ ਕਿਸੇ ਵੀ ਪਾਰਟੀ ਨੇ ਉਹਨਾਂ ਦੇ ਹੱਕ ਵਿੱਚ ਆਵਾਜ਼ ਨਹੀਂ ਪਾਈ ਸਵਾਏ ਸਵਾਏ ਬਿਆਨਬਾਜ਼ੀ ਮਾੜਾ ਮੋਟੀ ਕਰ ਫਿਰ ਜਦੋਂ ਉਹ ਸਤੰਬਰ 'ਚ ਸੜਕਾਂ ਤੇ ਆ ਉਤਰੇ ਅਕਤੂਬਰ 'ਚ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਲਿਆ ਫਿਰ ਵੱਖ-ਵੱਖ ਪਾਰਟੀਆਂ ਨੇ ਛਾਲਾਂ ਮਾਰਨੇ ਸ਼ੁਰੂ ਕਰ ਦਿੱਤੇ ਪਰ ਉਦੋਂ ਤੱਕ ਮੇਰਾ ਬਹੁਤ ਲੰਘਿਆ ਤੇ ਤੁਸੀਂ ਸਾਰੀਆਂ ਪਾਰਟੀਆਂ ਨੂੰ ਪਿੱਛੇ ਰਹਿਣਾ ਪਏਗਾ ਹੁਣ ਫਿਰ ਕੀ ਹੈ ਇਸ ਵੇਲੇ ਤੇਲ ਕੀਮਤਾਂ ਇੱਕ ਕਹਿੰਦਾ ਨਾ ਅਸਮਾਨ ਛੋ ਗਿਆ ਉਹਦਾ ਅਸਮਾਨ ਕੋਈ ਤਾਂ ਜਾਣ ਨੂੰ ਫਿਰਦੀ ਹੈ ਤੇ ਤੁਹਾਡੀਆਂ ਪਾਰਟੀਆਂ ਟੋਟਲ ਸਾਇਲੈਂਟ ਇਸ ਪੱਖੋਂ ਨਹੀਂ ਕਿ ਤੁਸੀਂ ਬਿਆਨ ਨਹੀਂ ਦਿੰਦੇ ਬਿਆਨ ਦਿੰਦੇ ਹੋ ਪਰ ਤੁਹਾਡੀ ਸਰੂਪ ਰੇਖਾ ਕਿਤੇ ਵੀ ਹੈ ਨਹੀਂ ਉਹ ਸੰਘਰਸ਼ ਕਰੋ ਜਿਵੇਂ ਕਿਸਾਨ ਕਰਦੇ ਆ ਕਿ ਤੁਸੀਂ ਇਹ ਵੀ ਉਹੀ ਬੜਾ ਭਾਲ ਦਿਓ ਵੀ ਲੋਕੀ ਲੜਨ ਤੇ ਫਿਰ ਪਿੱਛੇ ਜਾ ਕੇ ਕਰਾਂਗੇ ਰਵੀਨ ਸਿੰਘ ਤੁਹਾਡੇ ਤੋਂ ਮੁੱਖ ਸਵਾਲ ਪਹਿਲੀ ਗੱਲ ਤਾਂ ਇਹ 5 ਜੂਨ ਨੂੰ ਜਦੋਂ ਕੈਬਨਿਟ 'ਚ ਪਾਸ ਹੋਇਆ 7 ਜੂਨ ਨੂੰ ਅਸੀਂ ਪ੍ਰੈਸ ਕਾਨਫਰੰਸ ਕਰਕੇ ਚੰਡੀਗੜ੍ਹ ਇਹਨਾਂ ਬਿੱਲਾਂ ਦਾ ਵਿਰੋਧ ਕਰਤਾ ਸੀ ਕਿਸਾਨ ਜਥੇਬੰਦੀਆਂ ਨਾਲ ਗੱਲ ਕੀਤੀ ਅਸੀਂ ਉਹਨਾਂ ਨੇ ਜੁਲਾਈ ਉਦੋਂ ਮੇਰੇ ਨਾਲ ਤੁਹਾਡੀ ਗੱਲ ਹੋਈ ਉਸ ਸਰ ਸਰ ਮੇਰੀ ਗੱਲ ਜਦੋਂ ਕਿਸਾਨ ਜਥੇਬੰਦੀਆਂ ਨਾਲ ਗੱਲ ਹੋਈ ਸਾਡੀ ਅਸੀਂ ਉਹਨਾਂ ਦੇ ਹਰ ਕਾਲ ਦਾ ਸਾਥ ਦਿੱਤਾ ਜੀ ਚਾਹੇ ਉਹਨਾਂ ਨੇ ਟਰੈਕਟਰ ਮਾਰਚ ਕਰਨਾ ਹੋਵੇ ਚਾਹੇ ਚੱਕਾ ਜਾਮ ਰੱਖਿਆ ਹੋਵੇ ਹਾਲਾਂਕਿ ਸੁਖਬੀਰ ਬਾਦਲ ਨੇ ਉਹਨਾਂ ਦੇ ਬਰਾਬਰ ਚੱਕਾ ਜਾਮ ਰੱਖਿਆ ਸੀ ਪੰਜਾਬ ਦੀ ਤੇ ਗੱਲ ਨਹੀਂ ਹੋ ਰਹੀ ਗੱਲ